ਕੋਈ ਇਹ ਉਹਨਾਂ ਤਿੰਨ ਵਚਨਾਂ ਦੀ ਕਾਟ ਕਰ ਦੋ ਉਹਦੀ ਤਾਂ ਡੇਰੇ 'ਚ ਮਾਫੀ ਹੈਗੀ ਹੈ, ਪਰ ਰਾਜਨੀਤਿਕ ਵਿੰਗ ਦੇ ਫੈਸਲੇ ਦੀ ਕੋਈ ਕਾਟ ਕਰ ਦੋ ਉਹਦੀ ਕੋਈ ਮਾਫੀ ਨਹੀਂ। ਪਿਆਰੀ ਸਾਧ ਸੰਗਤ ਜੀ, ਇਹਨਾਂ ਨੇ ਨਾ ਬੜਾ ਜਿਹੜਾ ਏਕੇ ਦਾ ਲਾਇਆ ਹੋਇਆ ਸੀ ਨਾ ਰੱਟਾ, ਇਹਨਾਂ ਨੇ ਖੁਦ ਹੀ ਏਕਾ ਤੋੜਿਆ। ਹੁਣ ਪਹਿਲਾਂ ਵੀ ਅਸੀਂ ਦੱਸਦੇ ਰਹੇ ਆ ਵੀ ਇੱਕ ਮਤਲਬ ਦੋ ਥਾਵਾਂ ਤੇ ਕਰਤਾ ਇਹਨਾਂ ਨੇ ਇੱਕ ਸੀਟ ਨੂੰ। ਉਹ ਕਹਿੰਦਾ ਭੈਣੇ ਜਦੋਂ ਮੈਂ ਇੱਕ ਵਾਰੀ ਕੈਪਟਨ ਕੋਲ ਗਿਆ ਕੰਮ ਕਰਾਉਣ ਵਾਸਤੇ ਕੋਈ, ਤਾਂ ਕਹਿੰਦਾ ਕੈਪਟਨ ਨੇ ਸਾਫ਼ ਕਹਿਤਾ ਸੀ ਤੁਹਾਡੇ ਵਿੰਗ ਨੂੰ ਕਹਿੰਦਾ ਮੈਂ 6 ਕਰੋੜ ਰੁਪਇਆ ਦਿੱਤਾ ਹੈ। ਜਿਹੜਾ ਵੀ ਕੋਈ ਆਪਣਾ ਸਤਸੰਗੀ ਕਿਸੇ ਵੀ ਲੀਡਰ ਕੋਲ ਜਾਂਦਾ ਸੀ ਜਾਂ ਮਿਨਿਸਟਰ ਕੋਲ ਜਾਂਦਾ ਸੀ ਕੰਮ ਕਰਾਉਣ ਵਾਸਤੇ, ਅਗਲੇ ਸਾਫ਼ ਕਹਿੰਦੇ ਸੀ ਅਸੀਂ ਤੁਹਾਡੇ ਵਿੰਗ ਨੂੰ ਇੰਨੇ ਕਰੋੜ ਦਿੱਤੇ ਐ, ਇਸ ਕਰਕੇ ਕੰਮ ਨਹੀਂ ਕਰਦੇ ਸੀ ਤੁਹਾਡਾ। ਜੇ ਤੁਸੀਂ ਸਾਧ ਸੰਗਤ ਦੇ ਕੰਮ ਨਹੀਂ ਕਰੋਗੇ ਨਾ, ਜਿਹੜੀ ਸੇਵਾ ਤੁਸੀਂ ਹੁਣ ਕਰਦੇ ਆ ਤੁਹਾਡੇ ਕੋਲੇ ਇਹ ਸੇਵਾ ਵੀ ਨਹੀਂ ਰਹਿਣੀ। ਪਿਆਰੀ ਸਾਧ ਸੰਗਤ, ਜਿਹੜਾ ਅਚਾਨਕ ਫੈਸਲਾ ਬਦਲਿਆ ਬੀਜੇਪੀ ਤੋਂ ਅਕਾਲੀ ਦਲ ਤੇ ਆਇਆ, ਉਹਦਾ ਕਾਰਨ ਵੀ ਤੁਹਾਨੂੰ ਦੱਸ ਦਿੰਦੇ ਆ, ਕਿਉਂਕਿ ਇਹਨਾਂ ਦਾ ਪ੍ਰਧਾਨ ਹੈ ਨਾ, ਤੁਹਾਨੂੰ ਪਤਾ ਹੀ ਹੈ ਜਗਜੀਤ ਵਰਗੇ ਦਾ ਪ੍ਰਧਾਨ ਕੌਣ ਹੈ। ਤੁਸੀਂ ਕੱਲ ਨੂੰ ਹਰ ਹਾਲਤ ਦੇ ਵਿੱਚ ਗੁਰੂ ਪਿਤਾ ਜੀ ਦੇ ਵਚਨ ਮੰਨਦੇ ਹੋਏ ਜੋ ਉਹਨਾਂ ਨੇ ਸਾਨੂੰ ਇਸ਼ਾਰਾ ਕਰਕੇ ਗਏ, ਸਿਰਫ ਤੇ ਸਿਰਫ ਜੋ VOTING ਮਸ਼ੀਨ ਆ ਉਹਦਾ ਆਖਰੀ ਬਟਨ ਬਿਲਕੁਲ ਥੱਲੇ ਵਾਲਾ ਬਟਨ ਉਹ ਦੱਬਣਾ। ਸ਼ਰਮ ਨਹੀਂ ਆਉਂਦੀ ਉਹਨਾਂ ਭੈਣਾਂ ਨੂੰ ਇਹ ਗੱਲ ਕਹਿੰਦੀਆਂ ਨੂੰ, ਤੇ ਜਿਨ੍ਹਾਂ ਨੇ ਅੰਦਰ ਕੀਤਾ ਉਹ ਭੁੱਲ ਗਈਆਂ। ਅੱਜ ਸੰਗਤ ਨੂੰ ਜਿੱਥੇ ਬੀਜੇਪੀ ਨੂੰ ਸਪੋਰਟ ਕਰਵਾਇਆ ਜਾ ਰਿਹਾ, ਬਹੁਤ ਥਾਵਾਂ ਤੇ ਅਜੇ ਵੀ ਬੀਜੇਪੀ ਨੂੰ ਹੈ, ਉੱਥੇ ਇਹ ਬੋਲਿਆ ਜਾ ਰਿਹਾ ਵੀ ਜਿਹੜੀ ਪਾਰਟੀ ਨੇ ਪਿਤਾ ਜੀ ਨੂੰ ਬਾਹਰ ਕੱਢਿਆ ਆਪਾਂ ਉਸੇ ਪਾਰਟੀ ਨੂੰ ਵੋਟ ਪਾਉਣੀ ਹੈ। ਕੀ ਆਪਾਂ ਪਿਤਾ ਜੀ ਦੇ ਦਰਸ਼ਨ ਕਰ ਲਏ? ਕੀ ਪਿਤਾ ਜੀ ਸ਼ਾਹੀ ਸਟੇਜ ਤੇ ਆ ਕੇ ਵਿਰਾਜਮਾਨ ਹੋ ਗਏ? ਕੀ ਸਾਡੇ ਜਿਹੜੇ ਪੰਚਕੂਲੇ ਸ਼ਹੀਦ ਹੋਏ ਸੀ ਭੈਣਾਂ ਬਾਈ ਬੱਚੇ ਉਹ ਵਾਪਸ ਆ ਗਏ? ਮਤਲਬ ਇਹਨਾਂ ਲੋਕਾਂ ਨੇ ਬਿਲਕੁਲ ਜਿਹੜੀ ਹੈਗੀ ਆ ਬੇਸ਼ਰਮੀ ਦੀ ਹੱਦ ਕਰ ਦਿੱਤੀ ਗਈ ਹੈ। ਔਰ ਜ਼ਿਆਦਾ ਜਗ੍ਹਾ ਤੇ ਅੱਜ ਜਿਹੜਾ ਫੈਸਲਾ 11 ਵਜੇ ਤੋਂ ਬਾਅਦ ਬਦਲ ਦਿੱਤਾ ਗਿਆ, ਅਕਾਲੀ ਦਲ ਨੂੰ ਕਰ ਦਿੱਤਾ ਗਿਆ। ਬਠਿੰਡਾ ਸ਼ਹਿਰ ਦੇ ਵਿੱਚ ਵੀ ਅੱਜ ਅਰਬਨ ਹੈ, ਜਿਹੜਾ ਅਰਬਨ ਹੈ, ਚਾਹੇ ਬਠਿੰਡਾ ਦਿਹਾਤੀ ਹੈ ਚਾਹੇ ਸ਼ਹਿਰੀ ਹੈ, ਨਾਲ ਲੱਗਦੇ ਇਲਾਕੇ ਜਿਵੇਂ ਜੈਤੋ ਹੈ, ਗਿੱਦੜਵਾ, ਮਲੋਟ ਹੈ, ਸਾਰੇ ਥਾਵਾਂ ਤੇ, ਸੰਗਰੂਰ ਹੈ, ਪਟਿਆਲਾ, ਸਾਰਾ ਥਾਵਾਂ ਤੇ ਅੱਜ ਜਿਹੜੇ ਮੈਸੇਜ ਆਏ ਆ ਸਾਡੇ ਕੋਲੇ ਉਹ ਸਾਰੇ ਅਕਾਲੀ ਦਲ ਬਾਦਲ ਨੂੰ ਆਏ ਆ ਵੀ ਆਪਾਂ ਜੋ ਵੋਟ ਹੈ ਪਾਉਣੀ ਆ ਉਹ ਅਕਾਲੀ ਦਲ ਬਾਦਲ ਨੂੰ। ਰਾਜਨੀਤਿਕ ਵਿੰਗ ਦਾ ਇਹ ਫੈਸਲਾ 45 ਮੈਂਬਰ 22 ਤੇ ਭੈਣਾ ਤੇ ਜਾਂ ਭੰਗੀਦਾਸ 15 ਮੈਂਬਰ 25 ਮੈਂਬਰ ਸੁਣਾ ਰਹੇ ਆ। ਪਰ ਹੈਰਾਨੀ ਦੀ ਗੱਲ ਹੈ ਕਿ ਕਿਤੇ ਵੀ ਰਾਜਨੀਤਿਕ ਵਿੰਗ ਦੇ ਮੈਂਬਰ ਖੁਦ ਨਹੀਂ ਜਾ ਰਹੇ। ਹੁਣ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਕਿ ਅਸੀਂ ਤਾਂ ਵੱਡੇ ਜਿਹੜੇ ਹੈਗੇ ਫੰਨੇ ਖਾਂ ਬਣੇ ਹੋਏ ਸੀ, ਪਿਤਾ ਜੀ ਵੀ ਕਹਿੰਦੇ ਹੋਏ ਸੀ ਜਿਹੜੇ ਵੱਡੇ ਫੰਨੇ ਖਾਂ ਬਣੇ ਨੰਨੇ ਖਾਂ ਬਣ ਜਾਣਗੇ। ਅੱਜ ਪਿਆਰੀ ਸਾਧ ਸੰਗਤ ਜੀ, ਪਿਤਾ ਜੀ ਦੇ ਅੱਜ ਵਚਨ ਪੂਰੇ ਹੋ ਰਹੇ ਆ। ਸਟੇਜ ਤੋਂ ਵਚਨ ਕਰਦੇ ਹੁੰਦੇ ਸੀ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਫੰਨੇ ਖਾਂ ਸਮਝਦੇ ਆ ਨਾ, ਉਹ ਨੰਨੇ ਖਾਂ ਹੈ, ਤੇ ਅੱਜ ਉਹ ਨੰਨੇ ਖਾਂ ਸਾਰੀ ਦੁਨੀਆ ਨੇ ਦੇਖ ਲਏ। ਜੇ ਰਾਮ ਸਿੰਘ ਚੇਅਰਮੈਨ ਤੇ ਹਰਚਰਨ ਤੇ ਆਪਣਾ ਇਹ ਜਗਜੀਤ ਛਿੰਦਰਪਾਲ ਸਾਰੇ ਆ, ਇਹ ਪਰਮਜੀਤ ਨੰਗਲੇ ਵਰਗੇ ਬਹੁਤ ਆ ਰਾਜਨੀਤਿਕ ਵਿੰਗ ਦੇ ਮੈਂਬਰ, ਤੇ ਅੱਜ ਫਿਰ ਇਹ ਲਾਈਵ ਹੋ ਕੇ ਕਿਉਂ ਨਹੀਂ ਬੋਲੇ? ਕਿਉਂ ਨਹੀਂ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਇਸ ਪਾਰਟੀ ਨੂੰ ਸਪੋਰਟ ਕਰ ਰਹੇ ਹਾਂ? ਕਿਸ ਜਗ੍ਹਾ ਤੋਂ ਕਿਸ ਪਾਰਟੀ ਨੂੰ ਕਰ ਰਹੇ ਆ? ਓਪਨਲੀ ਬੋਲੋ। ਹੁਣ ਡਰ ਕਿਉਂ ਲੱਗ ਰਿਹਾ? ਜੇ ਨਹੀਂ ਓਪਨਲੀ ਬੋਲਣਾ ਸੀ ਤਾਂ ਫਿਰ ਸੁਨੇਹੇ ਦੇਣ ਵਾਸਤੇ ਸਾਧ ਸੰਗਤ ਦੇ ਜਿਵੇਂ ਪਹਿਲਾਂ ਏਕੇ ਦਾ ਨਾਅਰਾ ਲਵਾਉਂਦੇ ਹੁੰਦੇ ਸੀ ਵੀ ਏਕੇ ਦਾ ਨਾਅਰਾ ਲਾਓ, ਹੱਥ ਖੜੇ ਕਰਾਓ, ਤੇ ਫਿਰ ਨਾਮ ਚਰਚਾ ਕਰਕੇ ਤੇ ਹੁਣ ਉੱਥੇ ਸੁਨੇਹਾ ਦੇ ਕੇ ਜਾਂਦੇ। ਹੁਣ ਤੁਸੀਂ ਚੁੱਪ ਚਪੀਤੇ ਸੁਨੇਹੇ ਕਿਉਂ ਦੇ ਰਹੇ ਆ? ਅੱਗੇ ਜਿੱਥੇ 45 ਮੈਂਬਰ ਭੈਣਾਂ ਤੇ 22 ਜਾ ਰਹੇ ਆ, ਤੇ ਜਿੱਥੇ 15 ਮੈਂਬਰ ਜਾ ਰਹੇ, 25 ਮੈਂਬਰ ਜਾ ਰਹੇ, ਭੰਗੀਦਾਸ ਜਾ ਰਹੇ, ਤੇ ਗਲਾਂ ਨੂੰ ਹੱਥ ਸੰਗਤ ਉਹਨਾਂ ਦੇ ਪਾ ਰਹੀ ਹੈ। ਉਹ ਕਹਿੰਦੇ ਨਾ ਵੀ ਖਾਣ ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਰਿਛ। ਖਾਣ ਪੀਣ ਨੂੰ ਤਾਂ ਸਾਰਾ ਜਿੰਨਾ ਤਾਂ ਲੀਡਰਾਂ ਤੋਂ ਲੈ ਜਾਂਦੇ ਆ ਪੈਸਾ, ਉਹ ਤਾਂ ਸਾਰਾ ਲੈ ਗਿਆ ਰਾਜਨੀਤਿਕ ਵਿੰਗ, ਤੇ ਹੁਣ ਥੋੜਾ ਬਹੁਤਾ ਇਹਨਾਂ ਨੂੰ ਵੀ ਸਿੱਟਿਆ ਹੋਣਾ ਟੁਕੜਾ। ਜਿਹੜੇ ਆ 45 ਮੈਂਬਰ ਭੈਣਾਂ ਤੇ 22 ਫਿਰਦੇ ਆ, ਤੇ 15-25 ਫਿਰਦੇ ਆ ਜਿਹੜੇ, ਤੇ ਬਲਾਕ ਭੰਗੀਦਾਸ ਫਿਰਦੇ ਆ, ਏਰੀਆ ਭੰਗੀਦਾਸ ਲਾਏ ਹੋਏ ਆ, ਇਹਨਾਂ ਨੂੰ ਵੀ ਟੁਕੜਾ ਤਾਂ ਸਿੱਟਿਆ ਹੀ ਹੋਣਾ ਥੋੜਾ ਬਹੁਤਾ, ਤਾਂ ਹੀ ਚੱਲੇ ਆ ਇਹ। ਤੇ ਹੁਣ ਟੰਬੇ ਖਾਨ ਨੂੰ ਉਹ ਅੱਗੇ ਕਰਤੇ ਆ, ਨਾਲ ਟੰਬੇ ਵੀ ਪੈਣਗੇ ਉਹਨਾਂ ਦੇ, ਕਿਉਂਕਿ ਸੰਗਤ ਬਹੁਤ ਹੁਸ਼ਿਆਰ ਆ। ਹੁਣ ਹਰ ਜਗ੍ਹਾ ਤੇ ਬਹੁਤ ਥਾਵਾਂ ਤੇ ਸਾਨੂੰ ਜਿਹੜੇ ਮੈਸੇਜ ਆਏ ਆ, ਕਹਿੰਦੇ ਬਹੁਤ ਥਾਵਾਂ ਤੇ ਤਕਰੀਬਨ ਪੰਜਾਬ ਦੀ ਹਰ ਜਗ੍ਹਾ ਤੇ ਇਹਨਾਂ ਦਾ ਵਿਰੋਧ ਹੋ ਰਿਹਾ। ਸੰਗਤ ਨਾ ਬੀਜੇਪੀ ਵਾਸਤੇ ਮੰਨ ਰਹੀ ਹੈ ਔਰ ਨਾ ਅਕਾਲੀ ਦਲ ਵਾਸਤੇ ਮੰਨ ਰਹੀ ਹੈ। ਸੰਗਤ ਇਹ ਸਵਾਲ ਕਰ ਰਹੀ ਹੈ ਕਿ ਜਿਹੜੀ ਪਾਰਟੀ ਨੇ ਸਾਡੇ ਗੁਰੂ ਪਿਤਾ ਜੀ ਨੂੰ ਜੇਲ੍ਹ ਭੇਜਿਆ, ਜਿਹੜੀ ਪਾਰਟੀ ਨੇ ਸਾਡੇ ਛੋਟੇ ਬੱਚਿਆਂ ਤੇ ਗੋਲੀਆਂ ਚਲਾਤੀਆਂ, ਜਿਹੜੀ ਪਾਰਟੀ ਨੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਰੋਲ ਕੇ ਰੱਖਤੀ, ਉਸ ਪਾਰਟੀ ਨੂੰ ਅਸੀਂ ਕੋਈ ਵੋਟ ਨਹੀਂ ਪਾਵਾਂਗੇ। ਔਰ ਅਕਾਲੀ ਦਲ ਤੇ ਵੀ ਸੰਗਤ ਦਾ ਬਹੁਤ ਜ਼ਿਆਦਾ ਗੁੱਸਾ ਹੈ। ਸੰਗਤ ਸਾਫ਼ ਕਹਿ ਰਹੀ ਹੈ, ਕਿਉਂਕਿ ਜੋ ਆਪਾਂ ਐਫੀਡੇਵਿਟ ਪਿਤਾ ਜੀ ਦਾ ਪਾਇਆ ਸੀ
ਕੱਲੇ ਕੱਲੇ ਕੋਲੇ ਪਹੁੰਚ ਗਈ ਆ ਉਹ ਖਬਰ। ਸੰਗਤ ਇਹ ਸਵਾਲ ਕਰ ਰਹੀ ਹੈ, ਜਦੋਂ ਸਾਡੇ ਗੁਰੂ ਪਿਤਾ ਜੀ ਨੇ ਇਹ ਕਹਿ ਦਿੱਤਾ ਸੀ ਕਿ ਜਿਹੜੀ ਅਕਾਲੀ ਦਲ ਤੇ ਬੀਜੇਪੀ ਨੇ ਸਾਡੇ ਖਿਲਾਫ ਸਾਜ਼ਿਸ਼ ਕੀਤੀ ਹੈ, ਤਾਂ ਫਿਰ ਕਹਿੰਦੇ ਅਸੀਂ ਕਿਉਂ ਉਹਨਾਂ ਸਾਜ਼ਿਸ਼ਕਰਤਾਵਾਂ ਨੂੰ ਅਸੀਂ ਕਿਉਂ ਵੋਟ ਪਾਵਾਂਗੇ। ਸਾਧ ਸੰਗਤ ਇਹ ਸਵਾਲ ਵੀ ਕਰ ਰਹੀ ਹੈ। ਸਤਿਗੁਰ ਦੀ ਪਿਆਰੀ ਸਾਧ ਸੰਗਤ ਜੀ, ਤੁਹਾਡਾ ਜਾਗਣਾ ਬਹੁਤ ਜ਼ਰੂਰੀ ਹੈ। ਕੁਛ ਜੋ ਲੋਕ ਇਹਨਾਂ ਦੇ ਛੱਡੇ ਹੋਏ ਆ, ਇਹ 45 ਮੈਂਬਰ ਭੈਣਾਂ ਬਾਈ ਤੇ ਇਹ ਜ਼ਿੰਮੇਵਾਰ, ਉਹ ਬਹੁਤ ਗਲਤ ਜਿਹੜੀ ਹੈਗੀ ਆ ਆਡੀਓ ਵੀ ਵਾਇਰਲ ਕਰ ਰਹੇ ਆ। ਇੱਕ ਆਡੀਓ ਮੇਰੇ ਕੋਲ ਵੀ ਪਹੁੰਚੀ ਹੈ ਜਿਹਦੇ ਚ ਭੰਗੀ ਦਾਸ ਬੋਲ ਰਿਹਾ ਕਿ ਉਹ ਬਹੁਤ ਵੱਡਾ ਝੂਠ ਬੋਲ ਰਿਹਾ। ਕਹਿੰਦਾ ਜਦੋਂ ਸਲਾਦਪੁਰੇ ਵਿੰਗ ਬਣਾਇਆ ਸੀ, ਪਿਤਾ ਜੀ ਨੇ ਵਚਨ ਕੀਤੇ ਸੀ ਵੀ ਜੇ 3 ਵਚਨਾਂ ਦੀ ਕੋਈ ਕਾਟ ਕਰ ਦੂਗਾ ਨਾ, ਜਿਹੜੇ ਪਿਤਾ ਜੀ ਆਪਾਂ ਨੂੰ ਨਾਮ ਦੇਣ ਵਾਲੇ 3 ਵਚਨ ਕਰਦੇ ਆ, ਕੋਈ ਇਹ ਉਹਨਾਂ 3 ਵਚਨਾਂ ਦੀ ਕਾਟ ਕਰ ਦੂ ਉਹਦੀ ਤਾਂ ਡੇਰੇ ਚ ਮਾਫੀ ਹੈਗੀ ਹੈ, ਪਰ ਰਾਜਨੀਤਿਕ ਵਿੰਗ ਦੇ ਫੈਸਲੇ ਦੀ ਕੋਈ ਕਾਟ ਕਰ ਦੂ ਉਹਦੀ ਕੋਈ ਮਾਫੀ ਨਹੀਂ। ਵਾਹ ਬਈ ਵਾਹ, ਇਹ ਕਦੋਂ ਕਹੇ ਸੀ? ਲਿਆ ਦਿਖਾ ਸਾਨੂੰ। ਜਿਹੜੇ ਭੰਗੀ ਦਾਸ ਇਹ ਬੋਲ ਰਿਹਾ ਸੰਗਤ ਦੇ ਵਿੱਚ ਜਾ ਕੇ ਵੀ ਪਿਤਾ ਜੀ ਨੇ ਇਹ ਕਿਹਾ ਸੀ ਵੀ ਇਹਦੀ ਤਾਂ ਕੋਈ ਮਾਫੀ ਨਹੀਂ, ਜਿਹੜਾ ਰਾਜਨੀਤਿਕ ਵਿੰਗ ਦੇ ਫੈਸਲੇ ਦੀ ਕਾਟ ਕਰੂ। ਪਿਤਾ ਜੀ ਤਾਂ ਇਹ ਕਹਿੰਦੇ ਹੁੰਦੇ ਸੀ ਬੇਟਾ ਬੰਦਾ ਬੰਦਾ ਹੀ ਹੈ, ਬੰਦੇ ਦਾ ਕੀ ਪਤਾ ਚੱਲਦਾ ਪੈਸਾ ਕਿਹੜੇ ਵੇਲੇ ਖੋਟਾ ਹੋ ਜੇ। ਅਸੀਂ ਤਾਂ ਕਿਸੇ ਦਾ ਮਤਲਬ ਗਰੰਟੀ ਲੈਂਦੇ ਹੀ ਨਹੀਂ। ਗੁਰੂ ਪਿਤਾ ਜੀ ਨੇ ਅੱਜ ਤੱਕ ਕਿਸੇ ਦੀ ਗਰੰਟੀ ਨਹੀਂ ਲਈ ਤੇ ਇਹ ਸਲਾਦਪੁਰੇ ਸਾਰੀ ਦੁਨੀਆ ਨੇ ਵਚਨ ਸੁਣਿਓ, ਕੱਲੇ ਭੰਗੀ ਦਾਸ ਨੇ ਸੁਣ ਲਏ ਜਾਂ ਜਿਹੜੇ ਹੋਰ ਭੰਗੀ ਦਾਸ ਜਾਂ ਸਜਾਨ ਭੈਣਾਂ ਜ਼ਿਆਦਾ ਝੂਠ ਬੋਲੀ ਜਾਂਦੀਆਂ ਸੰਗਤ ਕੋਲੇ ਵੀ ਪਿਤਾ ਜੀ ਨੇ ਕਿਹਾ ਵੀ ਜਿਹੜਾ ਰਾਜਨੀਤਿਕ ਵਿੰਗ ਦਾ ਫੈਸਲਾ, ਇਹ ਵੀ ਜਾ ਕੇ ਭੈਣਾਂ ਕਹਿੰਦੀਆਂ ਜਿਹੜਾ ਰਾਜਨੀਤਿਕ ਵਿੰਗ ਦਾ ਫੈਸਲਾ ਸੋ ਪਿਤਾ ਜੀ ਦਾ ਫੈਸਲਾ। ਕਿਵੇਂ ਪਿਤਾ ਜੀ ਦਾ ਫੈਸਲਾ ਹੋ ਗਿਆ ਵੀ? ਰਾਜਨੀਤਿਕ ਵਿੰਗ ਗੁਰੂ ਬਣ ਗਿਆ। ਅੱਜ ਰਾਜਨੀਤਿਕ ਵਿੰਗ ਸਾਡੇ ਗੁਰੂ ਪਿਤਾ ਜੀ ਦੇ ਬਰਾਬਰ ਕਿਵੇਂ ਹੋ ਜਾਊਗਾ? ਸਾਡੇ ਗੁਰੂ ਪਿਤਾ ਜੀ ਦੇ ਉਹਨਾਂ ਕੋਈ ਚਰਨਾਂ ਦੀ ਧੂੜ ਵੀ ਨਹੀਂ ਹੈ। ਇਹ ਤਾਂ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਰਹੇ ਹੁਣ, ਜਿਨ੍ਹਾਂ ਨੇ ਸੰਗਤ ਨਾਲ ਧੋਖਾ ਕੀਤਾ। ਗੁਰੂ ਪਿਤਾ ਜੀ ਦੀਆਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਪਈਆਂ ਆਪਣੇ ਕੋਲ, ਆਪਾਂ ਰੋਜ਼ ਸੁਣਦੇ ਆ। ਪਿਤਾ ਜੀ ਤਾਂ ਸਿਰ ਦੀ ਛੱਤ ਲਾਉਂਦੇ ਆ ਵੀ ਅਸੀਂ ਕਦੇ ਕਿਸੇ ਪਾਰਟੀ ਨੂੰ ਕਿਹਾ ਹੀ ਨਹੀਂ, ਤੇ ਫਿਰ ਇਹ ਸਾਡੇ ਗੁਰੂ ਪਿਤਾ ਜੀ ਦਾ ਅੱਜ ਵੀ ਉਹਨਾਂ ਨੂੰ ਅੰਦਰ ਬੈਠਿਆਂ ਨੂੰ ਕਿਉਂ ਬਦਨਾਮ ਕਰ ਰਹੇ ਆ। ਪਿਆਰੀ ਸਾਧ ਸੰਗਤ ਜੀ, ਇਹਨਾਂ ਨੇ ਨਾ ਬੜਾ ਜਿਹੜਾ ਏਕੇ ਦਾ ਲਾਇਆ ਹੋਇਆ ਸੀ ਨਾ ਰੱਟਾ, ਇਹਨਾਂ ਨੇ ਖੁਦ ਹੀ ਏਕਾ ਤੋੜਿਆ। ਹੁਣ ਪਹਿਲਾਂ ਵੀ ਅਸੀਂ ਦੱਸਦੇ ਰਹੇ ਆ ਵੀ ਇੱਕ ਮਤਲਬ 2-2 ਥਾਵਾਂ ਤੇ ਕਰਤਾ ਇਹਨਾਂ ਨੇ ਇੱਕ ਸੀਟ ਨੂੰ। ਉਹ ਕਿਵੇਂ? ਹੁਣ ਜਿਵੇਂ ਰਾਮਪੁਰਾ ਦੀ ਲੈ ਲਓ ਉਦਾਹਰਨ, ਰਾਮਪੁਰਾ ਦੇ ਵਿੱਚ ਵਿੰਗ ਨੇ ਹਜੇ ਤੱਕ ਬੀਜੇਪੀ ਨੂੰ ਫੈਸਲਾ ਬਦਲਿਆ ਨਹੀਂ, ਔਰ ਜਿਹੜਾ ਉੱਥੇ ਆਦਮਪੁਰੇ ਵਾਲਾ ਬੈਠਾ ਜੋਰਾ ਸਿੰਘ, ਉਹਨੇ ਮਤਲਬ ਕਿ ਕਿਹਾ ਹੋਇਆ ਮਲੂਕਾ ਸਾਹਿਬ ਨੂੰ ਵੀ ਅਸੀਂ ਜਿਹੜਾ ਅਕਾਲੀ ਦਲ ਬਾਦਲ ਨੂੰ ਸਪੋਰਟ ਕਰਾਂਗੇ, ਤੇ ਔਰ ਲਗਾਤਾਰ ਉਹ ਅਕਾਲੀ ਦਲ ਬਾਦਲ ਦੇ ਹੱਕ ਦੇ ਵਿੱਚ ਉਹ ਅਲੱਗ ਸਪੋਰਟ ਕਰਵਾ ਰਿਹਾ। ਪਰ ਜਿਹੜੀ ਦੂਜੀ ਸੰਗਤ ਹੈ ਵਿੰਗ ਵਾਲੀ ਹੈ, ਉਹ ਮਤਲਬ ਕਿ ਬੀਜੇਪੀ ਦੀ ਪ੍ਰਚਾਰ ਕਰ ਰਹੀ ਹੈ ਵੀ ਆਪਾਂ ਬੀਜੇਪੀ ਨੂੰ ਪਾਉਣਾ। ਇੱਕ ਹੀ ਸੀਟ ਤੇ, ਇੱਕ ਹੀ ਵਿਧਾਨ ਸਭਾ ਸੀਟ ਤੇ 2-2 ਫੈਸਲੇ ਜਾ ਰਹੇ ਆ। ਬਠਿੰਡਾ ਦੇ ਵਿੱਚ ਵੀ ਇਹ ਹੋ ਰਿਹਾ ਵੀ ਪਹਿਲਾਂ ਕੱਲ ਬੀਜੇਪੀ ਨੂੰ ਗਿਆ, ਅੱਜ ਦੁਬਾਰਾ ਅਕਾਲੀ ਦਲ ਨੂੰ ਹੋ ਗਿਆ। ਸਤਿਗੁਰ ਦੀ ਪਿਆਰੀ ਸਾਧ ਸੰਗਤ ਜੀ, ਇਹਨਾਂ ਦੀਆਂ ਚਾਲਾਂ ਨੂੰ ਸਮਝੋ। ਇੱਕ ਮੇਰੇ ਕੋਲੇ ਬਾਈ ਦਾ ਫੋਨ ਆਇਆ ਸੀ, ਉਹ ਕਹਿੰਦਾ ਭੈਣੇ ਜਦੋਂ ਮੈਂ ਇੱਕ ਵਾਰੀ ਕੈਪਟਨ ਕੋਲ ਗਿਆ ਕੰਮ ਕਰਾਉਣ ਵਾਸਤੇ ਕੋਈ, ਤਾਂ ਕਹਿੰਦਾ ਕੈਪਟਨ ਨੇ ਸਾਫ਼ ਕਹਿਤਾ ਸੀ ਤੁਹਾਡੇ ਵਿੰਗ ਨੂੰ ਕਹਿੰਦਾ ਮੈਂ 6 ਕਰੋੜ ਰੁਪਇਆ ਦਿੱਤਾ ਹੈ। ਜਿਹੜਾ ਵੀ ਕੋਈ ਆਪਣਾ ਸਤਸੰਗੀ ਕਿਸੇ ਵੀ ਲੀਡਰ ਕੋਲ ਜਾਂਦਾ ਸੀ ਜਾਂ ਮਿਨਿਸਟਰ ਕੋਲ ਜਾਂਦਾ ਸੀ ਕੰਮ ਕਰਾਉਣ ਵਾਸਤੇ, ਅਗਲੇ ਸਾਫ਼ ਕਹਿੰਦੇ ਸੀ ਅਸੀਂ ਤੁਹਾਡੇ ਵਿੰਗ ਨੂੰ ਇੰਨੇ ਕਰੋੜ ਦਿੱਤੇ ਹੈ, ਇਸ ਕਰਕੇ ਕੰਮ ਨਹੀਂ ਕਰਦੇ ਸੀ ਤੁਹਾਡਾ। ਹੁਣ ਤੁਸੀਂ ਦੇਖੋ ਕਿ ਜਿਹੜਾ ਵਿੰਗ ਸਾਡੀ ਸਾਧ ਸੰਗਤ ਨੂੰ ਵੇਚ ਕੇ ਕਰੋੜਾਂ ਰੁਪਏ ਕਮਾਉਂਦਾ, ਤੇ ਇਹ ਪਿਤਾ ਜੀ ਨੇ ਸਾਡੇ ਨੇ ਇਹ ਵਚਨ ਕਦੋਂ ਕਰਤੇ ਕਿ ਜਿਹੜਾ ਵਿੰਗ ਦਾ ਫੈਸਲਾ ਨਹੀਂ ਮੰਨੂਗਾ ਤੇ ਉਹਦੀ ਮਾਫੀ ਕਿਤੇ ਨਹੀਂ। ਇੰਨੇ ਵੱਡੇ ਵੱਡੇ ਝੂਠ ਇਹ ਜਿਹੜੇ ਭੰਗੀ ਦਾਸ ਤੇ 25 ਮੈਂਬਰਾਂ ਤੇ 15 ਮੈਂਬਰਾਂ ਤੇ 45 ਮੈਂਬਰ ਭੈਣਾਂ ਬਾਈ ਬੋਲ ਰਹੇ ਸੰਗਤ ਦੇ ਕੋਲੇ। ਕੁਛ ਤਾਂ ਸ਼ਰਮ ਕਰੋ, ਕੁਛ ਤਾਂ ਸ਼ਰਮ ਕਰੋ। ਕਿਉਂ ਗੁਰੂ ਦਾ ਨਾਮ ਲੈ ਕੇ ਤੁਸੀਂ ਇੰਨੇ ਵੱਡੇ ਵੱਡੇ ਝੂਠ ਬੋਲ ਰਹੇ ਆ? ਸਲਾਵਤਪੁਰੇ ਪਿਤਾ ਜੀ ਨੇ ਜਦੋਂ ਇਹਨਾਂ ਨੂੰ 2006 ਸਤੰਬਰ ਦੇ ਵਿੱਚ ਪ੍ਰਸ਼ਾਦ ਦਿੱਤਾ ਸੀ, ਅਸੀਂ ਵੀ ਸਾਰੀ ਸਾਧ ਸੰਗਤ ਉਦੋਂ ਮੌਜੂਦ ਸੀ। ਪਿਤਾ ਜੀ ਨੇ ਇਹਨਾਂ ਨੂੰ ਸਖਤੀ ਨਾਲ ਵਚਨ ਕੀਤੇ ਸੀ। ਪਿਤਾ ਜੀ ਨੇ ਕਲੀਅਰ ਕੱਟ ਕਿਹਾ ਸੀ, ਕਹਿੰਦੇ ਭਾਈ ਜੇ ਤੁਸੀਂ ਸਾਧ ਸੰਗਤ ਦੇ ਕੰਮ ਨਹੀਂ ਕਰੋਗੇ ਨਾ, ਜਿਹੜੀ ਸੇਵਾ ਤੁਸੀਂ ਹੁਣ ਕਰਦੇ ਆ ਤੁਹਾਡੇ ਕੋਲੇ ਇਹ ਸੇਵਾ ਵੀ ਨਹੀਂ ਰਹਿਣੀ। ਕਿਉਂਕਿ ਉਦੋਂ ਇਹ ਸਾਰੇ 10 ਮੈਂਬਰੀ ਕਮੇਟੀ, ਜਿਹੜੀ ਸਟੇਟ ਮੈਂਬਰੀ ਕਮੇਟੀ ਉਦੋਂ 10 ਮੈਂਬਰੀ ਹੁੰਦੀ ਸੀ, ਜਿਹੜੇ ਹੁਣ 45 ਮੈਂਬਰ ਹੈ, ਉਦੋਂ 10 ਮੈਂਬਰੀ ਕਮੇਟੀ ਹੁੰਦੀ ਸੀ। ਇਹ ਸਾਰੇ ਹੀ 10 ਮੈਂਬਰੀ ਕਮੇਟੀ ਦੇ ਮੈਂਬਰ ਸੀ, ਕਿੰਗਰੇ ਵਰਗੇ ਜਿਨ੍ਹਾਂ ਨੇ ਵੀ ਉਸ ਟਾਈਮ ਪ੍ਰਸ਼ਾਦ ਲਿਆ ਸੀ। ਤਾਂ ਪਿਤਾ ਜੀ ਨੇ ਸਖਤੀ ਨਾਲ ਕਿਹਾ ਸੀ, ਕਹਿੰਦੇ ਭਾਈ ਜਿਵੇਂ ਲੀਡਰ ਲਾਰਾ ਲਾਉਂਦੇ ਆ ਨਾ
ਕਹਿੰਦੇ ਤੁਸੀਂ ਉਵੇਂ ਸੰਗਤ ਨੂੰ ਲਾਰਾ ਨਹੀਂ ਲਾਉਣਾ। ਜੇ ਕਿਸੇ ਦਾ ਕੰਮ 6 ਮਹੀਨਿਆਂ ਚ ਹੁੰਦਾ ਉਹਨੂੰ ਤੁਸੀਂ ਇਹ ਕਹਿ ਦੇਣਾ ਵੀ ਭਾਈ ਤੁਹਾਡਾ ਕੰਮ 6 ਮਹੀਨਿਆਂ ਚ ਹੋਊ। ਜੇ ਕਿਸੇ ਦਾ ਕੰਮ 3 ਮਹੀਨਿਆਂ ਚ ਹੁੰਦਾ ਉਹਨੂੰ ਕਹਿਣਾ ਭਾਈ ਵੀ ਤੇਰਾ ਕੰਮ 3 ਮਹੀਨਿਆਂ ਚ ਹੋਊ। ਪਰ ਕਹਿੰਦੇ ਜੇ ਤੁਸੀਂ ਉਹਨਾਂ ਲੀਡਰਾਂ ਵਾਂਗੂ ਲਾਰਾ ਲਾਓਗੇ ਤੇ ਸੰਗਤ ਦਾ ਕੰਮ ਨਹੀਂ ਕਰੋਗੇ ਤੇ ਕਹਿੰਦੇ ਜੋ ਸੇਵਾ ਤੁਸੀਂ ਕਰ ਰਹੇ ਤੁਸੀਂ ਇਸ ਸੇਵਾ ਤੋਂ ਵੀ ਜਾਓਗੇ। ਫਿਰ ਪਿਤਾ ਜੀ ਨੇ ਹੱਸਦਿਆਂ ਨੇ ਬਾਅਦ ਚ ਇਹ ਵੀ ਕਿਹਾ ਸੀ ਦੇਖੋ ਭਾਈ ਤੁਹਾਡਾ ਕਿਤੇ ਵਿੰਗਾ ਦਾ ਵਿੰਗਾ ਹੀ ਨਾ ਹੋ ਜੇ। ਜਿਹੜੀਆਂ ਇਹ ਵਚਨ ਪਿਤਾ ਜੀ ਨੇ ਸਾਰੀ ਸੰਗਤ ਨੇ ਸੁਣੇ, ਇਹ ਤਾਂ ਭੰਗੀ ਦਾ ਸਾਨੂੰ ਸੁਣੇ ਨਹੀਂ ਤੇ ਜਿਹੜੇ ਆਪਦੇ ਕੋਲੋਂ ਬਣਾ ਕੇ ਛੱਡ ਰਹੇ ਆ ਇੱਕ ਵੱਡਾ ਪਾਪ ਕਮਾ ਰਹੇ ਆ, ਬਹੁਤ ਵੱਡਾ ਗੁਨਾਹ ਕਰ ਰਹੇ ਆ। ਪਿਆਰੀ ਸਾਧ ਸੰਗਤ ਜੀ ਅਸੀਂ ਇਹਨਾਂ ਸਾਰੇ ਲੋਕਾਂ ਤੋਂ ਜਿਹੜਾ ਹੈਗਾ ਸੁਚੇਤ ਰਹਿਣਾ। ਸਾਰਾ ਇਹ ਜਿਹੜਾ ਹੈਗਾ ਇਹਨਾਂ ਦੇ ਹੁਣ ਪਰਦੇ ਚੱਕੇ ਜਾ ਰਹੇ ਆ। ਵਿੰਗ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਵੀ ਮੈਂ ਪਤਾ ਨਹੀਂ ਕੀ ਬਣ ਗਿਆ ਜੇ ਅਸੀਂ ਰਾਜਨੀਤਿਕ ਪਾਰਟੀਆਂ ਨਾਲ ਇਹਨਾਂ ਦਾ ਥੋੜਾ ਬਹੁਤਾ ਬੈਠਣਾ ਉੱਠਣਾ ਹੋ ਗਿਆ ਤੇ ਉਹ ਕਹਿੰਦੇ ਹੁੰਦੇ ਸੀ ਨਾ ਪਿਤਾ ਜੀ ਅਕਸਰ ਹੀ ਜਿਹੜੇ ਹੈਗੇ ਵਚਨ ਫਰਮਾਉਂਦੇ ਹੁੰਦੇ ਸੀ ਵੀ ਜਿਹੜਾ ਹੁੰਦਾ ਥੋਥਾ ਚਨਾ ਤੇ ਬਾਜੇ ਘਣਾ, ਇਹਨਾਂ ਦੀ ਉਹ ਗੱਲ ਹੋ ਗਈ ਸੀ ਤਾਂ ਇਹ ਥੋਥੇ ਅੰਦਰੋਂ ਪਰ ਜਿਹੜੇ ਆਵਾਜ਼ਾਂ ਜ਼ਿਆਦਾ ਦਿੰਦੇ ਸੀ। ਲੋਕਾਂ ਨੇ 2017 ਦੇ ਵਿੱਚ ਵੀ ਦੇਖਿਆ ਤੇ ਲੋਕ ਹੁਣ ਵੀ ਦੇਖਣਗੇ ਕਿ ਜਿਹੜਾ ਰਾਮ ਸਿੰਘ ਚੇਅਰਮੈਨ ਤਾਂ ਕਹਿੰਦਾ ਸੀ ਨਾ ਮੀਡੀਆ ਨੂੰ ਵੀ ਜਿਹਨੂੰ ਅਸੀਂ ਸਪੋਰਟ ਕਰਾਂਗੇ ਤੇ ਉਹ ਜਿੱਤੂਗਾ ਤੇ ਹੁਣ ਦੇਖਾਂਗੇ ਰਾਮ ਸਿੰਘ ਚੇਅਰਮੈਨ ਤੁਹਾਡੇ ਕੀਤੇ ਸਪੋਰਟ ਕੀਤੇ ਬੰਦਿਆਂ ਨੂੰ 10 ਮਾਰਚ ਦੇ ਵਿੱਚ ਰਿਜ਼ਲਟ ਆਉਂਦਾ ਕਿਵੇਂ ਹੈ। ਜੇ ਤੁਹਾਡੇ ਚ ਇੰਨੀ ਹਿੰਮਤ ਸੀਗੀ ਨਾ ਵੀ ਤੁਹਾਡਾ ਜਿੱਥੇ ਤੁਸੀਂ ਵੋਟ ਪਵਾਓ ਤੇ ਉਹ ਬੰਦਾ ਜਿੱਤੂ ਤੇ ਫਿਰ ਓਪਨਲੀ ਡਿਕਲੇਅਰ ਕਰਦੇ, ਓਪਨਲੀ ਸਾਰਿਆਂ ਦੇ ਸਾਹਮਣੇ ਉਵੇਂ ਜਿਵੇਂ ਪਹਿਲਾਂ ਪ੍ਰੈਸ ਕਾਨਫਰੰਸਾਂ ਕਰਦੇ ਸੀ ਨਾ ਉਵੇਂ ਕਰਦੇ। ਫਿਰ ਅਸੀਂ ਤੁਹਾਡੀ ਹਿੰਮਤ ਦੇਖ ਲੈਂਦੇ ਤੇ ਫਿਰ ਉਹਨੂੰ ਜਿਤਾ ਕੇ ਦਿਖਾਉਂਦੇ ਫਿਰ ਬੋਲਦਾ ਨਾ। ਪਹਿਲਾਂ ਬੋਲਣ ਦਾ ਤਾਂ ਕੋਈ ਫਾਇਦਾ ਵੀ ਨਹੀਂ। ਉਹ ਜਿਵੇਂ ਕਹਾਵਤ ਹੈ ਜਿਹੜੇ ਗੱਜਦੇ ਆ ਤੇ ਉਹ ਵਰਦੇ ਨਹੀਂ, ਤੁਹਾਡੀ ਤਾਂ ਉਹ ਗੱਲ ਹੈ। ਹੁਣ ਬਸ ਤੁਹਾਨੂੰ ਇੱਕ ਐ ਲੱਗਿਆ ਹੋਇਆ ਵੀ ਸੰਗਤ ਨੂੰ ਕਿਵੇਂ ਨਾ ਕਿਵੇਂ ਅਸੀਂ ਜਿਹੜੀ ਆਪਦੀ ਇਹ ਪਾਰਟੀ ਨੂੰ ਵੋਟ ਪਵਾ ਦਈਏ। ਪਿਆਰੀ ਸਾਧ ਸੰਗਤ ਜਿਹੜਾ ਅਚਾਨਕ ਫੈਸਲਾ ਬਦਲਿਆ ਬੀਜੇਪੀ ਤੋਂ ਅਕਾਲੀ ਦਲ ਤੇ ਆਇਆ ਹੈ ਉਹਦਾ ਕਾਰਨ ਵੀ ਤੁਹਾਨੂੰ ਦੱਸ ਦਿੰਦੇ ਆ ਕਿਉਂਕਿ ਜਿਹੜਾ ਇਹਨਾਂ ਦਾ ਪ੍ਰਧਾਨ ਹੈ ਨਾ ਤੁਹਾਨੂੰ ਪਤਾ ਹੀ ਹੈ ਜਗਜੀਤ ਵਰਗਾ ਦਾ ਪ੍ਰਧਾਨ ਕੌਣ ਹੈ। ਜਿਹੜਾ ਇਹਨਾਂ ਦਾ ਪ੍ਰਧਾਨ ਆ ਅਗਲੇ ਨੇ ਅਗਲਿਆਂ ਦੀ ਕੁੰਡੀ ਮਰੋੜਤੀ ਕਿਉਂਕਿ ਜਿਵੇਂ ਤੋਤੇ ਦੀ ਜਾਨ ਕਹਿੰਦੇ ਹੁੰਦੇ ਆ ਨਾ ਵੀ ਹੁੰਦੀ ਆ ਉਹਦੇ ਹੱਥ 'ਚ ਤੇ ਉਵੇਂ ਇਹ ਤੋਤੇ ਆ ਸਾਰੇ ਤੇ ਇਹਨਾਂ ਦੀ ਜਾਨ ਤਾਂ ਸਾਰਿਆਂ ਦੀ ਸਾਰੇ ਰਾਜਨੀਤਿਕ ਵਿੰਗ ਦੇ ਮੈਂਬਰ ਆ ਜਿਹੜੇ ਇਹਨਾਂ ਦੀ ਜਾਨ ਇਹਨਾਂ ਦੇ ਪ੍ਰਧਾਨ ਦੇ ਹੱਥ 'ਚ ਹੈ। ਉਹ ਜਦੋਂ ਮਰਜ਼ੀ ਮਰੋੜਦੇ ਇਹਨਾਂ ਦੀ ਧੌਣ। ਇਸੇ ਕਰਕੇ ਹੀ ਜਿਹੜਾ ਫੈਸਲਾ ਬਦਲਿਆ ਗਿਆ ਤੇ ਹਜੇ ਇਹ ਵੀ ਨਹੀਂ ਪਤਾ ਵੀ ਤੇ ਜੇ ਉਤਲੀ ਵਾਲਿਆਂ ਨੇ ਮਤਲਬ ਜਿਹੜੇ ਇਹਨਾਂ ਤੋਂ ਉੱਤੇ ਬੈਠੇ ਆ ਉਹਨਾਂ ਨੇ ਜੇ ਰਾਤ ਨੂੰ ਇਹਨਾਂ ਦੀ ਧੌਣ ਮਰੋੜਤੀ ਤਾਂ ਫਿਰ ਜਿਹੜਾ ਰਾਤੇ ਰਾਤ ਫੈਸਲਾ ਫੇਰ ਬਦਲ ਜੇ। ਤੜਕੇ ਖੜੇ ਜਦੋਂ ਹੋਊਗੀ ਸੰਗਤ ਲੈਣਾ 'ਚ ਉੱਥੇ ਇਹ ਫੈਸਲਾ ਕਰਨ ਦੇ ਵਿੱਚ ਹੋਰ ਸੁਣਾ ਦੇਣ। ਇਹ ਵੀ ਅਜੇ ਕੋਈ ਪਤਾ ਨਹੀਂ ਹੈਗਾ ਕਿਉਂਕਿ ਇਹ ਪਹਿਲਾਂ ਹੋਇਆ। ਪਹਿਲਾਂ ਵਾਲੀਆਂ ਚੋਣਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਹੋਇਆ ਤੇ ਹਰਿਆਣੇ ਦੇ ਵਿੱਚ ਵੀ ਹੋਇਆ। ਸ਼ਾਮ ਨੂੰ ਪਾਰਟੀ ਨੂੰ ਕਿਸੇ ਹੋਰ ਨੂੰ ਸੁਨੇਹੇ ਲੱਗਿਆ ਤੇ ਸਵੇਰ ਜਦੋਂ ਸੰਗਤ ਲਾਈਨਾਂ ਦੇ ਵਿੱਚ ਲੱਗਣ ਲੱਗ ਗਈ ਤਾਂ ਉਹ 8 ਵਜੇ ਜਿਹੜਾ ਹੈਗਾ ਜਾ ਕੇ ਬੂਥਾਂ ਤੇ ਕੰਨਾਂ ਦੇ ਵਿੱਚ ਹੋਰ ਕੁਝ ਕਿਹਾ ਗਿਆ। ਹਜੇ ਇਹਨਾਂ ਦਾ ਪਤਾ ਨਹੀਂ ਹੈ ਕਿਉਂਕਿ ਪਤਾ ਨਹੀਂ ਪਿਆਰੀ ਸਾਧ ਸੰਗਤ ਜੀ ਇਹਨਾਂ ਨੇ ਤਾਂ ਕਿੱਥੋਂ ਜਿਹੜੇ ਪੈਸੇ ਆ ਉਹ ਲਏ ਹੋਏ ਆ ਖਾਦੇ ਹੋਏ ਆ ਤੇ ਉਹਨਾਂ ਦਾ ਫਿਰ ਇਹ ਪੂਰਾ ਕਰਨਗੇ ਇਸ ਤਰ੍ਹਾਂ ਹੀ। ਪਰ ਜਿੱਥੇ ਖੜ ਜਾਣਗੇ ਨਾ ਤਾਂ ਉੱਥੇ ਹੁਣ ਵੋਟ ਪਵੇ ਤੇ ਨਾ ਹੀ ਕੋਈ ਜਿੱਤੇ। ਇਹ ਮਾਲਕ ਹੁਣ ਸਾਰਾ ਕੁਝ ਦੇਖ ਰਿਹਾ। ਇਹਨਾਂ ਨੂੰ ਖਤਮ ਕਰਨਾ ਹੁਣ ਬਸ ਇਹਨਾਂ ਦਾ ਇਹ ਸਮਝ ਲਓ ਵੀ ਆਖਰੀ ਚੋਣ ਹੈ ਰਾਜਨੀਤਿਕ ਵਿੰਗ ਦੀਆਂ। ਇਹ ਆਖਰੀ ਚੋਣ ਹੈ। ਇਸ ਤੋਂ ਬਾਅਦ ਇਹ ਪੂਰੀ ਤਰ੍ਹਾਂ ਖਤਮ ਹੋ ਜਾਣਾ। ਲੋਕਾਂ ਨੇ ਇਹਦਾ ਨਾਮ ਵੀ ਭੁੱਲ ਜਾਣਾ ਕਿਉਂਕਿ ਸਾਧ ਸੰਗਤ ਨੇ ਜਿਹੜੇ ਨਤੀਜੇ ਸੀ ਜਦੋਂ ਦਾ ਰਾਜਨੀਤਿਕ ਵਿੰਗ ਬਣਿਆ ਜੋ ਨਤੀਜੇ ਸਾਡੇ ਸਾਹਮਣੇ ਆਏ ਆ ਹਰ ਰੋਜ਼ ਡੇਰੇ ਦੇ ਉੱਤੇ ਨਵੇਂ ਕੇਸ ਪੈਂਦੇ ਗਏ। ਹਰ ਰੋਜ਼ ਜਿਹੜੀ ਸਾਧ ਸੰਗਤ ਸੀ ਉਹਦੇ ਤੇ ਕੇਸ ਪੈਂਦੇ ਗਏ। ਹਰ ਰੋਜ਼ ਸਾਧ ਸੰਗਤ ਕਿਸੇ ਨਾ ਕਿਸੇ ਨਵੇਂ ਚੱਕਰ ਦੇ ਵਿੱਚ ਫਸਦੀ ਗਈ। ਐਸੀ ਫਸੀ ਕਿ 2017 ਦੇ ਵਿੱਚ ਆਪਣੇ ਸਤਿਗੁਰ ਤੋਂ ਵੀ ਦੂਰ ਹੋ ਗਈ। ਪਿਆਰੀ ਸਾਧ ਸੰਗਤ ਜੀ ਜਿਵੇਂ ਉਹ ਕਹਿੰਦੇ ਹੁੰਦੇ ਨਾ ਕਹਾਵਤ ਆਪਣਾ ਸਾਡੇ ਗੁਰੂ ਪਿਤਾ ਜੀ ਦਾ ਇੱਕ ਸ਼ਬਦ ਹੀ ਹੈ ਕਹਾਵਤ ਨਹੀਂ ਸ਼ਬਦ ਹੈ ਜਿਵੇਂ ਵੀ ਸਾਡਾ ਕੋਈ ਨਹੀਂ ਜੀ ਕਿ ਸਾਡਾ ਸਤਿਗੁਰ ਪਿਆਰਾ ਜੀ। ਪਿਆਰੀ ਸਾਧ ਸੰਗਤ ਜੀ ਸਾਡਾ ਕੋਈ ਨਹੀਂ ਹੈ। ਸਾਡਾ ਕੋਈ ਨਹੀਂ ਹੈ। ਕੋਈ ਸਾਡਾ ਰਾਜਨੀਤਿਕ ਪਾਰਟੀ ਦਾ ਨਹੀਂ ਹੈ। ਕੋਈ ਸਾਡਾ ਲੀਡਰ ਨਹੀਂ ਹੈ। ਸਿਰਫ ਸਾਡਾ ਸਤਿਗੁਰ ਪਿਆਰਾ। ਤੇ ਕੱਲ ਨੂੰ ਤੁਸੀਂ ਇਹ ਦਿਮਾਗ 'ਚ ਤੁਹਾਡੇ ਗੱਲ ਹੋਣੀ ਚਾਹੀਦੀ ਹੈ ਜਦੋਂ ਵੀ ਤੁਸੀਂ ਵੋਟ ਪਾਉਣ ਜਾਓ ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਹੋਵੇ ਇਹ ਸ਼ਬਦ ਭਜਨ ਜ਼ਰੂਰ ਹੋਵੇ ਸਾਡਾ ਕੋਈ ਨਹੀਂ ਜੀ ਸਾਡਾ ਸਤਿਗੁਰ ਪਿਆਰਾ ਜੀ। ਤੋਂ ਪਿਆਰੀ ਸਾਧ ਸੰਗਤ ਯਕੀਨ ਮੰਨਣਾ ਜਿਹੜੇ ਉੱਪਰ ਹੈ ਜਿੰਨੇ ਵੀ ਉੱਪਰਲੇ ਬਟਨਾਂ ਵਾਲੇ ਹੈ ਉਹ ਕੋਈ ਸਾਡੇ ਨਹੀਂ ਹੈਗੇ। ਸਾਡੇ ਗੁਰੂ ਨੇ ਇੱਕ ਵਚਨ ਕਰਤਾ ਵੀ ਨੋਟਾਂ ਦਾ ਬਟਨ ਜਿਹੜਾ ਵੀ ਭਾਈ ਲੋਕਤੰਤਰ ਨੂੰ ਮਜ਼ਬੂਤ ਕਰੂ ਤਾਂ ਤੁਸੀਂ ਇਹ ਸੋਚਣਾ ਸਾਡਾ ਕੋਈ ਨਹੀਂ ਜੀ ਉੱਪਰਲੇ ਸਾਡੇ ਨਹੀਂ ਹੈ ਤੇ ਸਿਰਫ ਸਭ ਤੋਂ ਥੱਲੇ ਵਾਲਾ ਬਟਨ
सब तो थल्ले वाला जिथे मतलब कि जेडे चलणगे मतलब तुसी जिन्नियां दे उन्हां दे बाकियां दे चोण निशान होगा। एक निशानी ये भी होऊ भी बाकियां दा कोई ना कोई चोण निशान होगा, पर जो नोटा दा बटन है ओदे कोई चोण निशान नहीं, ओदे क्रॉस लग्या हुंदा, कोई चोण निशान नहीं हुंदा। बिल्कुल आखिरी बटन बिल्कुल थल्ले वाला बटन है जेड़ा आखिरी उपरों ना समझ लो भी थल्ले तो लेके ऊपर नहीं, ऊपर तो लेके थल्ले जेड़ा बिल्कुल थल्ले वाला बटन होगा वो नोटा दा बटन होगा। तुसी ये सोचना भी ये एक बटन है जेड़ा सानू सतगुर ने हुक्म करके गए है, सानू एक वचन करके गए, सानू एक राह दस के गए है, एक साडी जेड़ी मार्ग दर्शन साडा करके गए है, सानू समझा के गए है, साडा इशारा करके गए है। असी सतगुर दे उस इशारे नू पकड़ना है ते असी ये भजन दिमाग दे विच बिठा लेना। अज सारी रात साडे दिमाग दे विच यही भजन चलना चाहिदा, साडा कोई नहीं जी, साडा सतगुर प्यारा जी। ते कल नू जदों तुसी वोट पाउणी है उदों भी कहना कि साडे आ उपरले कोई नहीं जी, साडा तां कल्ला सतगुर दा वचन है, वो वचन है नोटा दा बटन है, ओही दब के आउणा है। तुसी किसे तो तुहानू डरन दी जरूरत नहीं। जेडे तुहानू झूठे वचन सुना रहे ये बिल्कुल झूठे है। गुरु पिता जी दे ऐसे कोई वचन नहीं है, ना कोई इहो जे वचन है। उन्हें ये कहा भंगी दास जा के सुनेहे लाउंदे आ भी पिता जी दे वचन है जेड़ा एके च नहीं रहू। जेड़ा राजनीतिक सिंह ने जेड़ा फैसला करता कि उस एके दे विच जेड़ा नहीं रहूगा ओनू मतलब कि उहदियां कुलां डुब जाणगियां। पता नहीं यह की जाके संगत नू डरा रहे है। प्यारी साध संगत जी डरन की कोई लोड़ नहीं। ये शरेआम गुरु पिता जी दीआं वचनां दीआं धज्जियां उडाउंदे रहे है। ये तां आ घुम्मी जांदे आ, इन्हां नूं तां जिद्दे सजा मिलूगी ना उहदे सारी दुनिया देखूगी। ये सिर्फ तुहानूं डरा रहे है। तुसीं एडिट करके एक मैं होर देखिया अज गुरु पिता जी दे एडिट करके ट्वीट पा रहे है। प्यारी साध संगत जी असीं जदों गुरु पिता जी ट्वीट करदे सी ना, हमेशा मैं एक ट्वीट दा कई ट्वीट मतलब रिप्लाई करदी सी, जवाब दिंदी सी। मतलब शेयर तो करना ही करना, उसनू लाइक भी करना, पर एक ट्वीट दे मैं कई बेशक पिता जी ने कोई रात नू 2 बजे भी ट्वीट किया होगा ओदा भी मैं रिप्लाई किया होया ते असी तां कदे वो ट्वीट देखे नहीं जेडे हुण शेयर कर रहे हैं भी जेड़ा विंग दा फैसला होगा वो साडा फैसला जां विंग दे फैसले ते एकता दिखाउणी। क्यों बई जदों विंग राजनीतिक विंग ने गुरु पिता जी दे पहले वचन ही नहीं मन्ने। पहला वचन सी गुरु जी दा भी ना बनाओ ना बनाओ ना बनाओ। उस तो बाद गुरु पिता जी ने दूजा वचन किया भी साध संगत नूं पुछ के फैसला करना। ना इन्हां ने पहला जेड़ा वचन गुरु पिता जी दा मन्निया ना दूसरा वचन इन्हां ने मन्निया। दसे कोई संगत दसे किसे विधान सभा सीट दा कोई प्रेमी आके दसे सानू भी हाँ साथों साडे राजनीतिक विंग ने पुछ के फैसला किया। संगत ते फैसला सीधा उपरों जहाज राही जिवें पैराशूट राही कोई चीज उतरदी है ना, हमेशा संगत नूं ऑर्डर दिता जांदा है। ये डिक्टेटरशिप है, ये डेमोक्रेसी नहीं है, लोकतंत्र नहीं है। प्यारी साध संगत जी ये साडे ते आप जिवें राजा एक हुक्म चलाउंदा ना उवें हुक्म चलाउंदा। इस तरह की डिक्टेटरशिप तां साडा कुल मालक सतगुर जेड़ा उन्हें नहीं संगत ते कीती। छोटे तो छोटा काम भी साडा सतगुर सी जेड़ा लोक भलाई दे काम सी वो भी पहला साध संगत तो पुछदे सी, हथ खड़े करवाउंदे सी। और एक भी मैंबर खड़ा होके जां हथ खड़ा करके कह दिंदा सी भी सानू ये मंजूर नहीं, तां पिता जी कहंदे सी बेटा जाके पुछ के आओ क्यों नहीं मंजूर। पुछया जांदा सी उह तो भी इहनूं क्यों नहीं मंजूर ते उदों तक प्रसाद नहीं दिता जांदा सी इन्हां नूं, चाहे किसी भी जिम्मेवारी दा होवे। ते गुरु पिता जी दी ये बनाई हुई साध संगत नूं अज इन्हां ने पिछे धक्किया होया। साध संगत नूं पुछ ही नहीं रहे, साध संगत सीधा अपना फैसला थोप रहे है। संगत हुण जाग रही है, संगत जाग रही है। प्यारी साध संगत जी जागो। इस तो बाद जे तुसी हुण भी सुत्ते रहे ना, जेड़ी संगत हुण भी सुत्ती रही है तो फिर वो सुत्ती रह जूगी, वो कदे नहीं जागूगी। ये लुटेरे तुहाडा सब कुछ लुट के लै जाणगे। ते कल नूं याद रखना बिल्कुल एक तां जिहड़ा तुहानूं शब्द कहा तुहाडे उस शब्द दिमाग दे विच होवे साडा कोई नहीं जी कि साडा सतगुर प्यारा जी। बस ये तुहाडी जुबान ते होवे, तुहाडे दिमाग च होवे, तुहाडे दिल दे विच होवे। ते इह शब्द नूं दोहराउंदे होए नारा ला के मालक दे अगे अरदास करके भी हे सतगुर असीं तेरे हुक्म ते फुੱਲ चढ़ा रहे हैं। असीं सानूं ना किसी लीडर दी परवाह, ना किसी पार्टी दी परवाह, ना सानूं दुनियादारी दीआं सरकारां दी परवाह। साडी सिर्फ सच्ची सरकार है। असीं राजनीति दे विच एक चंगी शुरुआत करन जा रहे हैं। असीं इस गंदी राजनीति दी सफाई करन जा रहे हैं। तुसीं सानूं हिम्मत देना, शक्ति देना ताकि सारी दुनिया दे विच
ਸਾਡੇ ਸਤਿਗੁਰ ਦਾ ਨਾਮ ਹੋਵੇ, ਸਾਰੀ ਦੁਨੀਆ ਇਸ ਚੀਜ਼ ਨੂੰ ਯਾਦ ਕਰੇ ਕਿ ਰਾਜਨੀਤੀ, ਗੰਦੀ ਰਾਜਨੀਤੀ ਨੂੰ ਜੇ ਸਫਾਈ ਕੀਤੀ ਤਾਂ ਉਹ ਸਿਰਫ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਣਖੀ ਯੋਧਿਆਂ ਨੇ ਕੀਤੀ। ਪਿਆਰੀ ਸਾਧ ਸੰਗਤ ਜੀ, ਆਪਣੇ ਸਤਿਗੁਰ ਦੀ ਆਣ ਬਾਣ ਤੇ ਸ਼ਾਨ ਨੂੰ ਉੱਚਾ ਕਰਨ ਦੇ ਲਈ, ਸਾਰੀ ਦੁਨੀਆ ਦੇ ਵਿੱਚ ਆਪਣੇ ਸਤਿਗੁਰ ਦਾ ਨਾਮ ਉੱਚਾ ਕਰਨ ਲਈ ਤੁਸੀਂ ਕੱਲ ਨੂੰ ਹਰ ਹਾਲਤ ਦੇ ਵਿੱਚ ਗੁਰੂ ਪਿਤਾ ਜੀ ਦੇ ਵਚਨ ਮੰਨਦੇ ਹੋਏ, ਜੋ ਉਹਨਾਂ ਨੇ ਸਾਨੂੰ ਇਸ਼ਾਰਾ ਕਰਕੇ ਗਏ, ਸਿਰਫ ਤੇ ਸਿਰਫ ਜੋ VOTING ਮਸ਼ੀਨ ਆ ਉਹਦਾ ਆਖਰੀ ਬਟਨ, ਬਿਲਕੁਲ ਥੱਲੇ ਵਾਲਾ ਬਟਨ ਉਹ ਦੱਬਣਾ। ਫਿਰ ਦੇਖਣਾ ਦੁਨੀਆ ਦੇ ਵਿੱਚ ਜੋ ਸਤਿਗੁਰ ਜਿਵੇਂ ਚਾਹੁੰਦੇ ਸੀ ਉਵੇਂ ਸੁਧਾਰ ਵੀ ਹੋਊਗਾ, ਰਾਜਨੀਤਿਕ ਲੋਕ ਆ ਜਿਹੜੇ ਉਹ ਵੀ ਸੁਧਰਨਗੇ, ਸਾਡਾ ਦੇਸ਼ ਵੀ ਸੁਧਰੂਗਾ ਤੇ ਸਾਰਾ ਸਮਾਜ ਵੀ ਸੁਧਰੂਗਾ। ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ, ਤੂੰ 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 ਤੇਰਾ ਹੀ ਆਸਰਾ।